everybody, this is Pooja. Welcome to our channel Punjabi Trucker Couple. And ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਹੜੀ ਕੈਨੇਡਾ ਦੀ ਸਿਟੀਜ਼ਨਸ਼ਿਪ ਆ ਉਹਦੀ ਆਨਲਾਈਨ ਐਪਲੀਕੇਸ਼ਨ ਕਿਵੇਂ ਕਰੀਦੀ ਆ, ਤੁਸੀਂ ਚੈੱਕ ਕਿਵੇਂ ਕਰਨਾ ਕਿ ਤੁਸੀਂ ਐਲੀਜੀਬਲ ਹੈਗੇ ਹੋ, ਸਾਰੀਆਂ ਜਿਹੜੀਆਂ ਡੇਟਸ ਫਿਲ ਕਰਨੀਆਂ ਹੁੰਦੀਆਂ, ਫਿਜ਼ੀਕਲ ਕੈਲਕੂਲੇਟਰ, ਤੁਹਾਨੂੰ ਸਾਰਾ ਕੁਝ ਉਹਦੇ ਬਾਰੇ ਦੱਸਾਂਗੇ ਅੱਜ ਆਪਾਂ। ਸੋ ਸਟਾਰਟਿੰਗ ਵਿਦ ਦ ਫਿਜ਼ੀਕਲ ਕੈਲਕੂਲੇਟਰ, ਇਹਦਾ ਮੈਂ ਲਿੰਕ ਜ਼ਰੂਰ ਪਾ ਦੂੰਗੀ ਡਿਸਕ੍ਰਿਪਸ਼ਨ ਦੇ ਵਿੱਚ ਸੋ ਦੈਟ ਤੁਹਾਨੂੰ ਉਹ ਖੋਲ੍ਹਣਾ ਈਜ਼ੀ ਹੋ ਜਾਏ ਇੰਸਟੈਡ ਕਿ ਤੁਸੀਂ ਸਰਚ ਕਰਦੇ ਫਿਰ ਕੱਲੀ ਚੀਜ਼ ਨੂੰ। ਸੋ ਉਹ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਜਦੋਂ ਵੇਖੋਗੇ ਸਭ ਤੋਂ ਪਹਿਲੇ ਆਹ ਪੇਜ ਖੁੱਲੂਗਾ। ਇਹਦੇ ਉੱਤੇ ਪਹਿਲੀ ਚੀਜ਼ ਹੈਗੀ ਆ ਐਂਟਰ ਦ ਡੇਟ ਯੂ ਵਿਲ ਸਾਈਨ ਦ ਐਪਲੀਕੇਸ਼ਨ। ਸੋ ਜਿਹੜੀ ਤਰੀਕ ਨੂੰ ਤੁਸੀਂ ਆਪਣੀ ਐਪਲੀਕੇਸ਼ਨ ਸਾਈਨ ਕਰੋਗੇ ਪਹਿਲਾਂ ਉੱਥੇ ਉਹ ਡੇਟ ਮੈਂਸ਼ਨ ਕਰਨੀ ਆ। ਫਿਰ B ਹੈਗਾ ਆ ਐਂਟਰ ਦ ਡੇਟ ਯੂ ਬਿਕਮ ਅ ਪਰਮਾਨੈਂਟ ਰੈਜ਼ੀਡੈਂਟ ਆਫ ਕੈਨੇਡਾ, ਤੇ ਜਿਹੜੀ ਤਰੀਕ ਤੁਹਾਡੀ PR ਹੋਈ ਸੀਗੀ ਉਹ ਤਰੀਕ ਮੈਂਸ਼ਨ ਕਰਨੀ ਆ ਇੱਥੇ। ਫਿਰ ਆਪਾਂ ਕੈਲਕੂਲੇਟ 'ਤੇ ਕਲਿੱਕ ਕਰਾਂਗੇ। ਡਿਡ ਯੂ ਹੈਵ ਕੈਨੇਡੀਅਨ ਟੈਂਪਰੇਰੀ ਰੈਜ਼ੀਡੈਂਟ ਸਟੇਟਸ। ਸੋ PR ਤੋਂ ਪਹਿਲਾਂ ਤੁਹਾਡਾ ਕੋਈ ਟੈਂਪਰੇਰੀ ਸਟੇਟਸ ਸੀਗਾ ਕੈਨੇਡਾ ਦੇ ਵਿੱਚ, ਜਿੱਦਾਂ ਤੁਸੀਂ ਵਰਕ ਪਰਮਿਟ ਦੇ ਉੱਤੇ ਸੀਗੇ ਜਾਂ ਸਟੂਡੈਂਟ ਪਰਮਿਟ ਦੇ ਉੱਤੇ ਸੀਗੇ, ਸੋ ਉੱਥੇ ਤੁਸੀਂ ਯੈਸ ਕਲਿੱਕ ਕਰ ਸਕਦੇ ਹੋ। ਐਂਡ ਅੱਗੇ ਹੈਗਾ ਆ ਪਲੀਜ਼ ਓਨਲੀ list the periods of time you had authorized temporary resident or protected person status in Canada and the type of status you had between this date and this date. So ਜਿੱਦਾਂ ਕਿ ਸਿਟੀਜ਼ਨਸ਼ਿਪ ਦੇ ਵਿੱਚ ਆਪਾਂ ਪਿਛਲੇ 5 ਸਾਲਾਂ ਦੇ ਇਹ ਡੇਜ਼ ਕਾਊਂਟ ਕਰਦਾ ਆ। ਪਿਛਲੇ 5 ਸਾਲਾਂ ਦੇ ਵਿੱਚ 1095 ਡੇਜ਼ ਕੈਨੇਡਾ ਦੇ ਵਿੱਚ ਤੁਸੀਂ ਹੋਣੇ ਚਾਹੀਦੇ ਹੋ। ਸੋ ਜਦੋਂ ਤੁਸੀਂ ਆਪਣੀ PR ਦੀ ਡੇਟ ਇੱਥੇ ਮੈਂਸ਼ਨ ਕਰਤੀ, ਫਿਰ ਇਹਨੇ ਪੁੱਛਣਾ ਆ ਕਿ PR ਤੋਂ ਪਹਿਲੇ, ਜਿੱਦਾਂ ਲੈਟਸ ਸੇ PR ਤੋਂ 2 ਸਾਲ ਬਾਅਦ ਮੈਂ ਫਾਈਲ ਲਾ ਰਹੀ ਹਾਂ, ਰਾਈਟ, ਤੇ PR ਤੋਂ ਪਹਿਲੇ ਮੇਰੇ 3 ਸਾਲ ਹੋਰ ਕਾਊਂਟ ਕਰਨੇ ਆ। ਉਹ 3 ਸਾਲਾਂ ਦੇ ਵਿੱਚ ਆਪਾਂ ਇੱਥੇ ਹੁਣ ਮੈਂਸ਼ਨ ਕਰਨਾ ਕਿ ਮੇਰਾ ਸਟੇਟਸ ਕੀ ਸੀਗਾ, ਮੈਂ ਵਰਕ ਪਰਮਿਟ 'ਤੇ ਸੀਗੀ, ਉਹਦੀਆਂ ਡੇਟਸ ਮੈਂਸ਼ਨ ਕਰਨੀਆਂ ਨੇ, ਮੇਰਾ ਸਟੂਡੈਂਟ ਪਰਮਿਟ 'ਤੇ ਸੀਗੀ ਤੇ ਉਹਦੀਆਂ ਡੇਟਸ ਮੈਂਸ਼ਨ ਕਰਨੀਆਂ ਹੈਗੀਆਂ ਨੇ। ਫਿਰ ਅੱਗੇ ਤੁਹਾਨੂੰ ਪੁੱਛੇਗਾ ਡਿਡ ਯੂ ਸਪੈਂਡ ਟਾਈਮ ਸਰਵਿੰਗ ਅ ਸੈਂਟੈਂਸ ਫॉर ਐਨ offense ਇਨ ਕੈਨੇਡਾ। ਜੇ ਤੁਸੀਂ ਕੋਈ ਸੈਂਟੈਂਸ ਸਰਵ ਕੀਤਾ ਹੈਗਾ ਕੈਨੇਡਾ ਦੇ ਵਿੱਚ, ਉਸ ਤੁਸੀਂ ਯੈਸ ਔਰ ਨੋ ਕਲਿੱਕ ਕਰ ਸਕਦੇ ਹੋ ਬੇਸਡ ਔਨ ਯੂਰ ਸਿਲੈਕਸ਼ਨ। ਐਂਡ ਦੈਨ ਡਿਡ ਯੂ ਲੀਵ ਕੈਨੇਡਾ ਬਿਟਵੀਨ, ਇੱਥੇ ਜਿਹੜੀਆਂ ਡੇਟਸ ਮੈਂਸ਼ਨ ਕੀਤੀਆਂ ਯੂ ਸੀ 5 ਸਾਲ ਦਾ ਟਾਈਮ ਪੀਰੀਅਡ ਇਹਨੇ ਪੁੱਛਿਆ ਹੈਗਾ ਆ। ਹੁਣ ਇੱਥੇ ਇਹਨੇ ਕੈਲਕੂਲੇਟ ਕਰਨਾ ਸਟਾਰਟ ਕਰਨੀ ਤੁਹਾਡੀ ਐਬਸੈਂਸ ਫਰੋਮ ਦ ਕੈਨੇਡਾ। ਸੋ ਇਹ ਜਿਹੜੀ ਡੇਟਸ ਮੈਂਸ਼ਨ ਕੀਤੀਆਂ ਨੇ 5 ਸਾਲ ਦੀਆਂ, ਇਹਨਾਂ ਡੇਟਸ ਨੂੰ ਧਿਆਨ ਨਾਲ ਵੇਖ ਕੇ ਇੱਥੇ ਤੁਸੀਂ ਸਿਲੈਕਟ ਕਰਨਾ ਕਿ ਤੁਸੀਂ ਇਸ ਟਾਈਮ ਦੇ ਵਿੱਚ ਤੁਸੀਂ ਕੈਨੇਡਾ ਤੋਂ ਬਾਹਰ ਗਏ ਹੋ। ਇੱਥੇ ਯੈਸ ਔਰ ਨੋ ਕਲਿੱਕ ਕਰਨਾ ਐਂਡ ਦੈਨ ਵੀ ਗੋ ਨੈਕਸਟ। ਨਾਓ ਕਿਹੜੀ ਕੰਟਰੀਜ਼ ਤੁਸੀਂ ਗਏ ਹੋ, ਡੈਸਟੀਨੇਸ਼ਨ ਸਿਲੈਕਟ ਕਰਨੀ ਆ। ਜਿੱਦਾਂ ਆਪਾਂ ਮੋਸਟਲੀ ਇੰਡੀਆ ਜਾਂ US ਜਾਂਦੇ ਹੋ, ਤੁਸੀਂ ਜਿਹੜੀ ਵੀ ਕੰਟਰੀ ਵਿਜ਼ਿਟ ਕੀਤਾ ਉਹ ਕੰਟਰੀ ਸਿਲੈਕਟ ਕਰਨੀ ਆ। ਕਿੰਨੀ ਤਰੀਕ ਗਏ ਹੋ ਵੈਨ ਯੂ ਲੈਫਟ ਕੈਨੇਡਾ, ਤੇ ਕਿੰਨੀ ਤਰੀਕ ਨੂੰ ਤੁਸੀਂ ਰਿਟਰਨ ਆਏ ਹੋ ਕੈਨੇਡਾ ਦੇ ਵਿੱਚ, ਉਹ ਡੇਟ ਮੈਂਸ਼ਨ ਕਰਨੀ ਆ। ਦੈਨ ਰੀਜ਼ਨ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਕਿ ਫॉर ਵਕੇਸ਼ਨ, ਵਰਕ, ਵਟਐਵਰ ਜੋ ਵੀ ਉੱਤੇ ਐਪਲੀਕੇਬਲ ਆ। ਐਂਡ ਉੱਥੇ ਤੁਸੀਂ ਐਡ ਐਬਸੈਂਸ ਕਲਿੱਕ ਕਰਨਾ ਆ। ਸੋ ਤੁਹਾਡੀ ਇੱਕ ਐਂਟਰੀ ਉੱਥੇ ਐਡ ਹੋ ਗਈ। ਸੋ ਲੈਟਸ ਸੇ 5 ਸਾਲਾਂ 'ਚ ਤੁਸੀਂ 10 ਵਾਰੀ ਟਰੈਵਲ ਕੀਤਾ, ਜਦੋਂ ਉੱਥੇ ਐਡ ਐਬਸੈਂਸ ਕਲਿੱਕ ਕਰਤਾ ਤਾਂ ਉੱਥੇ ਤੁਸੀਂ ਫਿਰ ਦੁਬਾਰਾ ਇੱਕ ਨਵੀਂ ਐਂਟਰੀ ਐਡ ਕਰਨੀ ਆ, ਜਿਹੜੀ ਵੀ ਡੇਟਸ ਤੁਸੀਂ ਦੁਬਾਰਾ ਗਏ ਹੋ। ਜਦੋਂ ਤੁਹਾਡੀਆਂ ਐਂਟਰੀਜ਼ ਫਿਲ ਹੋ ਗਈਆਂ ਸਾਰੀਆਂ, ਫਿਰ ਤੁਸੀਂ ਕਲਿੱਕ ਕਰਨਾ ਥੱਲੇ ਲਿਖਿਆ ਕੈਲਕੂਲੇਟ ਉਹਦੇ ਉੱਤੇ, ਤੇ ਇਹਨੇ ਤੁਹਾਨੂੰ ਇੱਕ PDF ਬਣਾ ਕੇ ਭੇਜਣੀ ਹੈਗੀ ਆ ਜਿਹਦੇ ਉੱਤੇ ਤੁਹਾਨੂੰ ਲਿਖਿਆ ਹੋਏਗਾ ਕਿ ਤੁਹਾਡੇ ਫਰੋਮ ਦ ਲਾਸਟ 5 years ਇੰਨੇ ਡੇਜ਼ ਕੈਨੇਡਾ ਦੇ ਵਿੱਚ ਨੇ ਤੇ ਕਿੰਨੇ ਡੇਜ਼ ਐਬਸੈਂਟ ਹੈਗੇ ਨੇ। ਸੋ ਇੱਥੇ 2 ਟਿਪਸ ਤੁਹਾਨੂੰ ਦੇਵਾਂਗੀ ਮੈਂ। ਪਹਿਲੀ ਹੈਗੀ ਆ ਜੇ ਤੁਸੀਂ ਟਰੱਕ ਡਰਾਈਵਰ ਹੋ ਤੇ ਇੱਥੇ ਜਿਹੜੀਆਂ ਤੁਸੀਂ ਐਂਟਰੀਜ਼ ਫਿਲ ਕਰਨੀਆਂ ਨੇ ਉਹ ਸਾਰੀਆਂ ਹੀ ਤੁਹਾਨੂੰ ਫਿਲ ਕਰਨੀਆਂ ਪੈਣੀਆਂ ਨੇ, ਕਿਉਂਕਿ ਇਹਨਾਂ ਨੇ ਆਪਣੀ ਵੈਬਸਾਈਟ 'ਤੇ ਸਪੈਸ਼ਲੀ ਲਿਖਿਆ ਹੋਇਆ ਕਿ ਈਵਨ ਇਫ ਯੂ ਆਰ ਟਰੱਕ ਡਰਾਈਵਰ, ਤੁਸੀਂ ਇੱਕ ਵਾਰੀ ਬਾਰਡਰ ਕ੍ਰੋਸ ਕਰਦੇ ਹੋ, ਹਫ਼ਤੇ 'ਚ 2 ਵਾਰੀ ਕਰਦੇ ਹੋ, ਉਹ ਤੁਹਾਡੇ ਦਿਨ ਐਬਸੈਂਟ ਹੀ ਮੰਨੇ ਜਾਂਦੇ ਨੇ। ਤੇ ਇਹਨਾਂ ਨੇ ਸਪੈਸ਼ਲੀ ਲਿਖਿਆ ਕਿ ਤੁਹਾਨੂੰ ਉਹ ਡੇਟਸ ਮੈਂਸ਼ਨ ਕਰਨੀਆਂ ਪੈਣੀਆਂ ਹੀ ਹੈਗੀਆਂ ਨੇ। ਤੇ ਦੂਸਰੀ ਟਿਪ ਇਹ ਹੈਗੀ ਆ ਜਦੋਂ ਤੁਸੀਂ ਐਂਟਰੀਜ਼ ਫਿਲ ਕਰਨ ਲੱਗੋਗੇ ਨਾ, ਇਹ 'ਤੇ ਅਕਾਊਂਟ ਬਣਾ ਲਿਓ, ਬਿਕੋਜ਼ ਜੇ ਤੁਹਾਡਾ ਅਕਾਊਂਟ ਨਹੀਂ ਹੈਗਾ, ਇਹਨੇ ਲਾਈਕ 4-5 ਐਂਟਰੀਆਂ ਤੋਂ ਬਾਅਦ ਰੀਫਰੈਸ਼ ਕਰ ਦੇਣਾ ਆਪਣੇ ਆਪ, ਤੁਹਾਡੀਆਂ ਸਾਰੀਆਂ ਐਂਟਰੀਆਂ ਉੱਡ ਜਾਣੀਆਂ, ਫਿਰ ਤੁਹਾਨੂੰ ਦੁਬਾਰਾ ਤੋਂ ਲਿਖਣਾ ਪਏਗਾ। ਸੋ ਜਿੱਦਾਂ ਤੁਸੀਂ ਅਕਾਊਂਟ ਬਣਾ ਲਿਆ, 2-4 ਐਂਟਰੀਜ਼ ਲਿਖੀਆਂ ਉਹਨੂੰ ਸੇਵ ਕਰ ਲਿਆ, ਫਿਰ 2-4 ਲਿਖੀਆਂ ਉਹਨੂੰ ਸੇਵ ਕਰ ਲਿਆ, ਕਿਉਂਕਿ ਬਿਕੋਜ਼ ਜੇ ਤੁਸੀਂ ਟਰੱਕ ਡਰਾਈਵਰ ਹੋ ਤੁਹਾਡੀਆਂ ਕਾਫੀ ਐਂਟਰੀਜ਼ ਹੋਣੀਆਂ ਤੇ ਯੂ ਵਿਲ ਲੂਜ਼ ਐਵਰੀਥਿੰਗ। ਸੋ ਜਦੋਂ ਤੁਸੀਂ ਸਾਰੀਆਂ ਐਂਟਰੀਆਂ ਲਿਖ ਲਈਆਂ, ਆਪਾਂ ਕੈਲਕੂਲੇਟ 'ਤੇ ਕਲਿੱਕ ਕੀਤਾ, ਆਪਣਾ ਰਿਜ਼ਲਟ ਆ ਗਿਆ। ਫਿਰ ਤੁਸੀਂ ਜਾਣਾ ਹੈਗਾ ਆ ਕੈਨੇਡੀਅਨ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਵਾਲੇ ਪੇਜ 'ਤੇ, ਉਹ ਆਪਾਂ ਅਪਲਾਈ ਕਰਦੇ ਹਾਂ ਸੀਟਾ ਅਪਲਾਈ 'ਤੇ ਜਾ ਕੇ। ਉਹਦਾ ਵੀ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੀ ਸੋ ਦੈਟ ਤੁਹਾਡੇ ਲਈ ਈਜ਼ੀ ਹੋਵੇ। ਫਸਟ ਆਫ ਆਲ ਇਹਨੇ ਪੁੱਛਣਾ ਕੀ ਆ ਉੱਥੇ, ਡੂ ਯੂ ਹੈਵ ਅ ਵੈਲਿਡ ਈਮੇਲ ਐਡਰੈਸ। ਯੈਸ, ਤੁਹਾਡੇ ਕੋਲ ਈਮੇਲ ਹੋਣੀ ਚਾਹੀਦੀ ਆ। ਆਰ ਯੂ ਪਰਮਾਨੈਂਟ ਰੈਜ਼ੀਡੈਂਟ, ਉੱਥੇ ਤੁਸੀਂ ਯੈਸ ਨੋ ਕਲਿੱਕ ਕਰ ਸਕਦੇ ਹੋ। ਵੈਸੇ ਯੈਸ ਹੀ ਆਏਗਾ ਕੋਈ, ਤਾਂ ਹੀ ਆਪਾਂ ਨੂੰ ਸਿਟੀਜ਼ਨ ਮਿਲਦੀ ਆ।
ਨੈਕਸਟ ਹੈਗਾ ਆ, ਵਿਲ ਯੂ ਬੀ ਐਟ ਲੀਸਟ 18 years of age when you submit your application? 18 ਸਾਲ ਤੋਂ ਉੱਤੇ ਹੋਵੋਗੇ ਜਦੋਂ ਤੁਸੀਂ ਆਪਣੀ ਐਪਲੀਕੇਸ਼ਨ ਫਿਲ ਕਰ ਰਹੇ ਹੋ, ਯੈਸ ਨੋ? ਆਰ ਯੂ ਅਪਲਾਈਂਗ ਫॉर yourself? ਤੁਸੀਂ ਆਪਣੇ ਵਾਸਤੇ ਸਿਟੀਜ਼ਨਸ਼ਿਪ ਤੇ ਫਾਈਲ ਕਰ ਰਹੇ ਹੋ, ਉੱਥੇ ਤੁਸੀਂ ਯੈਸ ਨੋ ਕਰ ਸਕਦੇ ਹੋ, ਨਹੀਂ ਮੈਂ ਆਪਣੀ ਫੈਮਿਲੀ ਲਈ ਕਰ ਰਿਹਾ ਜਾਂ ਆਪਣੇ ਲਈ ਕਰ ਰਿਹਾ ਹਾਂ। ਵਿਲ ਯੂ ਅਪਲਾਈ ਯੂਜ਼ਿੰਗ ਅ ਰਿਪਰੈਜ਼ੈਂਟੇਟਿਵ? ਜੇ ਤੁਹਾਡਾ ਕੋਈ ਰਿਪਰੈਜ਼ੈਂਟੇਟਿਵ ਹੈਗਾ ਆ, ਵੈਸੇ ਯੂਜੂਲੀ ਜਿਹੜਾ ਬੰਦਾ ਵੀਡੀਓ ਵੇਖ ਰਿਹਾ ਤਾਂ ਆਪਣੇ ਆਪ ਹੀ ਅਪਲਾਈ ਕਰਨਾ ਚਾਹੇਗਾ, ਸੋ ਤੁਸੀਂ ਨੋ ਕਲਿੱਕ ਕਰ ਸਕਦੇ ਹੋ। ਐਂਡ ਦੈਨ ਵੀ ਗੋ ਨੈਕਸਟ, what is the result of your physical presence calculation? ਸੋ ਜਿਹੜੀ ਆਪਾਂ ਪਹਿਲਾਂ ਫਿਜ਼ੀਕਲ ਕੈਲਕੂਲੇਟਰ ਦੇ ਵਿੱਚ ਆਪਾਂ ਨੂੰ PDF ਬਣ ਕੇ ਆਇਆ ਸੀ ਜਿਹਦੇ ਉੱਤੇ ਆਪਣੇ ਦਿਨ ਲਿਖੇ ਹੋਏ ਨੇ, ਇੱਥੇ ਆਪਾਂ ਹੁਣ ਲਿਖਣਾ ਆ ਕਿ ਮੇਰੇ ਦਿਨ 1095 ਡੇਜ਼ ਤੋਂ ਜ਼ਿਆਦਾ ਬਣਦੇ ਨੇ ਜਾਂ ਉਸ ਤੋਂ ਘੱਟ ਬਣਦੇ ਨੇ। ਜੇ ਜ਼ਿਆਦਾ ਬਣਦੇ ਨੇ ਦੈਟ ਮੀਨਸ ਯੂ ਆਰ ਐਲੀਜੀਬਲ, ਤੁਸੀਂ ਉੱਤੇ ਸਿਲੈਕਟ ਕਰ ਸਕਦੇ ਹੋ। Did you include time spent outside Canada as a crown servant in your physical presence calculation? ਜੇ ਤੁਸੀਂ ਕੈਨੇਡਾ ਤੋਂ ਬਾਹਰ ਕਰਾਊਨ ਸਰਵੈਂਟ ਦੀ ਸਰਵਿਸ ਕੀਤੀ ਹੈਗੀ, ਉੱਥੇ ਯੈਸ ਔਰ ਨੋ ਕਲਿੱਕ ਕਰ ਸਕਦੇ ਹੋ। Then, did you include time spent outside Canada as a family member of crown servant? ਜੇ ਤੁਸੀਂ ਕੈਨੇਡਾ ਤੋਂ ਬਾਹਰ ਟਾਈਮ ਸਪੈਂਡ ਕੀਤਾ ਹੈ as a member of crown servant, ਉੱਥੇ ਵੀ ਤੁਸੀਂ ਯੈਸ ਔਰ ਨੋ ਸਿਲੈਕਟ ਕਰ ਸਕਦੇ ਹੋ। ਫਿਰ ਅੱਗੇ ਜਾ ਕੇ ਤੁਹਾਨੂੰ ਟਰਮਸ ਐਂਡ ਕੰਡੀਸ਼ਨਸ ਦੱਸਦਾ ਆ, ਇਹਦੇ 'ਚ ਤੁਸੀਂ ਇੱਕ ਵਾਰੀ ਬਸ ਇਹਨੂੰ ਰੀਡ ਕਰ ਲੈਣਾ ਵੀ ਇਹਦੇ 'ਚ ਕੀ ਟਰਮਸ ਐਂਡ ਕੰਡੀਸ਼ਨਸ ਹੈਗੀਆਂ ਆ। ਐਂਡ ਐਟ ਦੀ ਐਂਡ ਤੁਸੀਂ ਅਗਰੀ ਤੇ ਆਈ ਅਗਰੀ ਤੇ ਕਲਿੱਕ ਕਰਨਾ ਐਂਡ ਦੈਨ ਵੀ ਵਿਲ ਗੋ ਨੈਕਸਟ। ਨਾਓ ਹੁਣ ਇਹਨੇ ਪੁੱਛਣਾ ਤੁਹਾਨੂੰ ਕਿ ਕ੍ਰੀਏਟ ਐਨ ਅਕਾਊਂਟ, ਕਿ ਆਪਣਾ ਅਕਾਊਂਟ ਕ੍ਰੀਏਟ ਕਰੋ ਟੂ ਅਪਲਾਈ ਦਾ ਸਿਟੀਜ਼ਨਸ਼ਿਪ ਆਨਲਾਈਨ ਐਪਲੀਕੇਸ਼ਨ। ਸੋ ਇੱਥੇ ਤੁਸੀਂ ਆਪਣਾ ਈਮੇਲ ਪਾਸਵਰਡ ਫਿਲ ਕਰੋਗੇ, ਵੈਰੀਫਿਕੇਸ਼ਨ ਕੋਡ ਆਊਗਾ ਤੁਹਾਨੂੰ, ਫਿਰ ਉਹ ਤੁਸੀਂ ਇੱਥੇ ਐਂਟਰ ਕਰਕੇ ਐਂਡ ਦੈਨ ਆਪਾਂ ਆਪਣੀ ਪਰਸਨਲ ਇਨਫੋ ਐਂਟਰ ਕਰਨੀ ਸਟਾਰਟ ਕਰ ਸਕਦੇ ਹਾਂ। ਸੋ ਇਨ ਵਿਚ ਲੈਂਗੁਏਜ ਵੁੱਡ ਯੂ ਲਾਈਕ ਟੂ ਰਿਸੀਵ ਸਰਵਿਸ? ਇੰਗਲਿਸ਼ ਜਾਂ ਫਰੈਂਚ, ਜਿਹੜੀ ਵੀ ਤੁਹਾਡੀ ਪ੍ਰੈਫਰਡ ਲੈਂਗੁਏਜ ਹੈਗੀ ਆ। ਡੂ ਯੂ ਹੈਵ ਸਪੈਸ਼ਲ ਨੀਡਸ ਰਿਕੁਆਇਰਿੰਗ ਅਕੋਮੋਡੇਸ਼ਨ? ਜੇ ਤੁਹਾਡੀ ਕੋਈ ਸਪੈਸ਼ਲ ਨੀਡਸ ਹੈਗੀਆਂ ਆ ਉੱਥੇ ਤੁਸੀਂ ਯੈਸ ਔਰ ਨੋ ਕਲਿੱਕ ਕਰ ਸਕਦੇ ਹੋ। ਦੈਨ ਯੂਨੀਕ ਕਲਾਇੰਟ ਆਈਡੈਂਟੀਫਾਇਰ, UCI ਨੰਬਰ, ਇਹ ਨੰਬਰ ਤੁਹਾਨੂੰ ਆਪਣੇ ਲੈਂਡਿੰਗ ਪੇਪਰ ਤੇ ਮਿਲ ਜੂਗਾ। ਜਦੋਂ ਆਪਾਂ PR ਹੁੰਨੇ ਆਪਾਂ ਨੂੰ ਲੈਂਡਿੰਗ ਪੇਪਰ ਮਿਲਦੇ ਆ, ਉਹਦੇ ਤੇ ਟੌਪ ਤੇ ਲਿਖਿਆ ਹੁੰਦਾ UCI ਨੰਬਰ, ਉਹ ਨੰਬਰ ਤੁਸੀਂ ਇੱਥੇ ਐਂਟਰ ਕਰਨਾ ਆ। ਦੈਨ ਆਪਣਾ ਤੁਸੀਂ ਨਾਮ ਫਿਲ ਕਰਨਾ ਆ, ਜਿੱਦਾਂ ਵੀ ਤੁਹਾਡਾ ਲੀਗਲ ਨੇਮ ਚੱਲਦਾ ਪਿਆ ਆ। ਹੈਵ ਯੂ ਚੇਂਜ ਯੋਰ ਨੇਮ ਸਿੰਸ ਬਿਕਮਿੰਗ ਅ ਪਰਮਾਨੈਂਟ ਰੈਜ਼ੀਡੈਂਟ? PR ਤੋਂ ਬਾਅਦ ਜੇ ਤੁਸੀਂ ਆਪਣਾ ਨਾਮ ਚੇਂਜ ਕੀਤਾ ਆ, ਉੱਥੇ ਯੈਸ ਔਰ ਨੋ ਸਿਲੈਕਟ ਕਰਨਾ। ਹੈਵ ਯੂ ਐਵਰ ਯੂਜ਼ਡ ਐਨੀ ਅਦਰ ਨੇਮ? ਤੁਸੀਂ ਜਿਹੜਾ ਵੀ ਤੁਹਾਡਾ ਲੀਗਲ ਨੇਮ ਆ ਉਸ ਤੋਂ ਇਲਾਵਾ ਤੁਸੀਂ ਕੋਈ ਹੋਰ ਨੇਮ ਕਦੀ ਯੂਜ਼ ਕੀਤਾ ਹੈ ਕਿ ਨਹੀਂ। ਦੈਨ ਯੋਰ ਜੈਂਡਰ, ਮੇਲ ਫੀਮੇਲ। ਦੈਨ ਯੋਰ ਹਾਈਟ, ਸੈਂਟੀਮੀਟਰ ਜਾਂ ਫੀਟ ਦੇ ਵਿੱਚ ਤੁਹਾਡੀ ਜਿਹੜੀ ਵੀ ਹਾਈਟ ਹੈਗੀ ਆ। ਆਈ ਕਲਰ ਮੈਂਸ਼ਨ ਕਰਨਾ ਆ। ਡੇਟ ਆਫ ਬਰਥ ਮੈਂਸ਼ਨ ਕਰਨੀ ਆ। ਪਲੇਸ ਆਫ ਬਰਥ, ਇਹ ਤੁਹਾਡੇ ਪਾਸਪੋਰਟ ਤੇ ਲਿਖੀ ਹੁੰਦੀ ਆ। ਤੁਹਾਡਾ ਮੈਰੀਟਲ ਸਟੇਟਸ ਕੀ ਆ, ਤੁਸੀਂ ਮੈਰਿਡ ਹੋ ਜਾਂ ਸਿੰਗਲ ਹੋ। ਸੋ ਦੈਨ ਕੰਟੈਕਟ ਇਨਫੋਰਮੇਸ਼ਨ, ਐਂਡ ਉੱਤੇ ਤੁਸੀਂ ਵੇਖ ਸਕਦੇ ਹੋ ਜਿੱਦਾਂ ਹੁਣ ਪਰਸਨਲ ਇਨਫੋਰਮੇਸ਼ਨ ਆਪਾਂ ਫਿਲ ਕਰ ਲਈ, ਉੱਥੇ ਗ੍ਰੀਨ ਕਲਰ ਦਾ ਚੈੱਕ ਮਾਰਕ ਆ ਗਿਆ, ਦੈਟ ਮੀਨਸ ਉਹ ਇਨਫੋਰਮੇਸ਼ਨ ਆਪਣੀ ਕੰਪਲੀਟ ਆ, ਉਹਦੇ 'ਚ ਹੋਰ ਕੁਝ ਫਿਲ ਕਰਨ ਵਾਲਾ ਹਜੇ ਨਹੀਂ ਰਹਿੰਦਾ। ਫਿਰ ਹੁਣ ਕੰਟੈਕਟ ਇਨਫੋ ਤੇ ਆ ਗਿਆ, ਇੱਥੇ ਆਪਾਂ ਆਪਣੀ ਜੋ ਵੀ ਈਮੇਲ ਹੈਗੀ ਆ ਉਹ ਇਹਨਾਂ ਨੇ ਮੈਂਸ਼ਨ ਕੀਤੀ ਹੋਣੀ ਆ। ਹੋਮ ਐਡਰੈਸ, ਇੱਥੇ ਆਪਾਂ ਆਪਣਾ ਕੈਨੇਡਾ ਦਾ ਐਡਰੈਸ ਮੈਂਸ਼ਨ ਕਰਨਾ ਆ। ਇਜ਼ ਦ ਮੇਲਿੰਗ ਐਡਰੈਸ ਦ ਸੇਮ ਐਜ਼ ਦ ਹੋਮ ਐਡਰੈਸ? ਜੇ ਤੁਸੀਂ ਆਪਣਾ ਮੇਲਿੰਗ ਐਡਰੈਸ ਕਿਤੇ ਹੋਰ ਰੱਖਣਾ ਚਾਹੁੰਦੇ ਹੋ, ਜੇ ਤੁਸੀਂ ਰੈਂਟ ਤੇ ਰਹਿੰਦੇ ਹੋ, ਸੋ ਇੱਥੇ ਤੁਸੀਂ ਨੋ ਕਲਿੱਕ ਕਰਕੇ ਉਹ ਐਂਟਰ ਕਰ ਸਕਦੇ ਹੋ। ਜੇ ਤੁਹਾਡਾ ਸੇਮ ਆ ਦੈਨ ਯੂ ਕੈਨ ਕਲਿੱਕ ਔਨ ਯੈਸ। ਪ੍ਰਾਇਮਰੀ ਫੋਨ ਨੰਬਰ, ਇੱਥੇ ਤੁਸੀਂ ਆਪਣਾ ਪ੍ਰਾਇਮਰੀ ਫੋਨ ਨੰਬਰ ਐਂਟਰ ਕਰਨਾ, ਜਿਹੜਾ ਤੁਹਾਡਾ ਆਪਣਾ ਫੋਨ ਨੰਬਰ ਹੈਗਾ ਆ। ਕੈਨੇਡਾ US ਸਿਲੈਕਟ ਕਰਕੇ ਤੁਹਾਡਾ ਸੈਲੂਲਰ ਨੰਬਰ ਆ, ਰੈਜ਼ੀਡੈਂਟ ਨੰਬਰ ਆ, ਇੱਥੇ ਨੰਬਰ ਲਿਖ ਦਿਓ। ਤੇ ਡੂ ਯੂ ਹੈਵ ਅਨਦਰ ਫੋਨ ਨੰਬਰ? ਉੱਥੇ ਤੁਸੀਂ ਮਰਜ਼ੀ ਆ ਲਿਖਣਾ ਲਿਖ ਸਕਦੇ ਹੋ, ਬਟ ਜੇ ਤੁਸੀਂ ਹਸਬੈਂਡ ਵਾਈਫ ਹੋ ਤੁਸੀਂ ਆਪਣੇ ਹਸਬੈਂਡ ਦਾ ਨੰਬਰ ਲਿਖ ਦਿਓ ਜਾਂ ਆਪਣੀ ਵਾਈਫ ਦਾ ਨੰਬਰ ਲਿਖ ਦਿਓ, ਸੋ ਦੈਟ ਇਨ ਕੇਸ ਉਹ ਤੁਹਾਨੂੰ ਕੰਟੈਕਟ ਕਰਨ ਦੀ ਟਰਾਈ ਕਰਨ ਤਾਂ ਤੁਹਾਡੀ ਕੋਈ ਵੀ ਜਿਹੜੀ ਇਨਫੋਰਮੇਸ਼ਨ ਆ, ਕੋਈ ਵੀ ਅਪਡੇਟ ਆ, ਉਹ ਮਿਸ ਨਾ ਹੋਵੇ। ਹੈਲਪ ਵਿਦ ਯੂਰ ਐਪਲੀਕੇਸ਼ਨ, ਇਜ਼ ਸਮਨ ਹੈਲਪਿੰਗ ਯੂ ਟੂ ਫਿਲ ਆਊਟ ਦਿਸ ਐਪਲੀਕੇਸ਼ਨ? ਸੋ ਇੱਥੇ ਤੁਸੀਂ ਭਾਵੇਂ ਲਾਈਕ ਇਹ ਵੀਡੀਓ ਵੇਖ ਕੇ ਆਪਣੀ ਐਪਲੀਕੇਸ਼ਨ ਫਿਲ ਕਰਦੇ ਪਏ ਹੋ, ਬਟ we are not providing you the legal services, like we are not liable for anything। ਆਪਾਂ ਸਿਰਫ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਪਏ ਹਾਂ। ਸੋ ਬੇਸਿਕਲੀ ਤੁਸੀਂ ਆਪਣੀ ਐਪਲੀਕੇਸ਼ਨ ਖੁਦ ਫਿਲ ਕਰ ਰਹੇ ਹੋ, ਆਪ ਤੁਹਾਡਾ ਕੋਈ ਰਿਪਰੈਜ਼ੈਂਟੇਟਿਵ ਨਹੀਂ ਹੈਗਾ ਜਿਹੜਾ ਤੁਹਾਨੂੰ ਅੱਗੇ ਰਿਪਰੈਜ਼ੈਂਟ ਕਰੇਗਾ। Do you want to appoint a representative to communicate and conduct business with Immigration, Refugee, Citizenship Canada on your behalf? ਇੱਥੇ ਤੁਸੀਂ yes no select ਕਰ ਸਕਦੇ ਹੋ and then we go to next। ਹੁਣ ਆਪਣੀ contact info ਵੀ ready ਹੋ ਗਈ ਆ। ਹੁਣ ਆਪਣਾ residence and tax ਦਾ part ਆ ਗਿਆ। Calculate your physical presence, ਹੁਣ ਇੱਥੇ ਜਿਹੜਾ ਆਪਣਾ physical presence ਦੀ PDF ਬਣ ਕੇ ਆਈ ਸੀ ਉਹ ਆਪਾਂ ਇੱਥੇ ਅਪਲੋਡ ਕਰਨੀ ਆ। ਐਡ ਫਾਈਲ ਤੇ ਕਲਿੱਕ ਕਰਕੇ ਉਹ ਪੂਰਾ ਦਾ ਪੂਰਾ ਡਾਕੂਮੈਂਟ ਇੱਥੇ ਅਪਲੋਡ ਕਰਨਾ ਆ। ਫਿਰ ਐਲੀਜੀਬਿਲਿਟੀ ਐਂਡ ਡੇਟ, ਜਿਹੜੀ ਤੁਹਾਡੀ ਐਲੀਜੀਬਿਲਿਟੀ ਦੀ ਐਂਡ ਡੇਟ ਹੈਗੀ ਆ, ਦੈਟ ਇਜ਼ ਦ
डे बिफोर द डेट यू सबमिट योर एप्लीकेशन वो डेट इत्थे मैंशन करोगे तुसी। During your 5-year eligibility period, did you live outside of Canada as a crown servant or with your spouse or common law partner or partners who was a crown servant? So ਜੇ ਪਿਛਲੇ 5 ਸਾਲਾਂ 'ਚ ਜਿਹੜਾ ਤੁਹਾਡਾ eligibility period ਆ ਤੁਸੀਂ ਕੈਨੇਡਾ ਤੋਂ ਬਾਹਰ ਨੇ ਆ as a crown servant, ਇੱਥੇ yes or no mention ਕਰਨਾ ਤੁਸੀਂ। Addresses and police certificates, ਇੱਥੇ ਤੁਸੀਂ ਆਪਣੇ ਸਾਰੇ ਕੈਨੇਡਾ ਦੇ ਐਡਰੈਸ ਮੈਂਸ਼ਨ ਕਰਨੇ ਆ ਪਿਛਲੇ 5 ਸਾਲਾਂ ਦੇ। ਐਂਡ ਮੇਕ ਸ਼ੋਰ ਕਰਨਾ ਕਿ ਜਿਹੜੇ ਤੁਸੀਂ PR ਵੇਲੇ ਐਡਰੈਸ ਮੈਂਸ਼ਨ ਕੀਤੇ ਸੀ ਉਹ ਇਹਦੇ ਨਾਲ ਮੈਚ ਕਰਨ। ਇਨ ਦ ਪਾਸਟ 4 years were you in country or territory other than Canada for 183 days or more in a row? ਜੇ ਤੁਸੀਂ ਪਿਛਲੇ 4 ਸਾਲਾਂ 'ਚ ਕਿਸੇ ਹੋਰ ਕੰਟਰੀ 'ਚ ਰਹੇ ਹੋ ਲਗਾਤਾਰ 183 days ਤੇ ਉਹ ਤੁਸੀਂ ਇੱਥੇ yes or no ਮੈਂਸ਼ਨ ਕਰਨਾ ਆ। Do you have SIN temporary tax number or individual tax number? Yes or no ਕਲਿੱਕ ਕਰਨਾ ਤੁਸੀਂ। ਅੱਗੇ immigration and citizenship status, do you currently or have you ever held immigration or citizenship status in a country or territory other than Canada? ਜੇ ਕੈਨੇਡਾ ਤੋਂ ਇਲਾਵਾ ਤੁਹਾਡੇ ਕੋਲ ਹੋਰ ਵੀ ਕੋਈ ਸਿਟੀਜ਼ਨਸ਼ਿਪ ਦੀ ਜਾਂ ਕੋਈ ਇਮੀਗ੍ਰੇਸ਼ਨ ਦਾ ਸਟੇਟਸ ਸੀਗਾ ਉਹ ਤੁਸੀਂ ਇੱਥੇ ਯੈਸ ਨੋ ਕਲਿੱਕ ਕਰਨਾ ਆ। ਅੱਗੇ ਆਪਣੇ ਅੱਗੇ ਟਰੈਵਲ ਡਾਕੂਮੈਂਟਸ, have you ever held travel documents or passport during your 5-year eligibility period? ਇੱਥੇ ਤੁਸੀਂ ਯੈਸ ਨੋ ਕਲਿੱਕ ਕਰਨਾ। ਵੈਸੇ ਆਪਣੇ ਕੋਲ ਇੰਡੀਆ ਦਾ ਪਾਸਪੋਰਟ ਹੁੰਦਾ ਸੋ ਯੈਸ ਆਪਣੇ ਕੋਲ ਪਾਸਪੋਰਟ ਸੀਗਾ ਉਹ ਆਪਣਾ ਟਰੈਵਲ ਡਾਕੂਮੈਂਟ ਆ ਉਹਦੇ ਬੇਸ 'ਤੇ ਆਪਾਂ ਕਿਤੇ ਵੀ ਟਰੈਵਲ ਕਰ ਸਕਦੇ ਹਾਂ। ਹੁਣ ਆਪਣਾ ਆਉਂਦਾ ਵਰਕ ਸਕੂਲ ਐਂਡ ਐਕਟੀਵਿਟੀਜ਼। ਇੱਥੇ ਆਪਣੀਆਂ ਐਕਟੀਵਿਟੀਜ਼ ਐਡ ਕਰਨੀਆਂ ਜਿੱਦਾਂ ਆਪਾਂ PR ਦੇ ਵਿੱਚ ਕੀਤੀਆਂ ਸੀਗੀਆਂ। ਮੇਕ ਸ਼ੋਰ ਤੁਸੀਂ ਸਾਰੀਆਂ ਡਿਟੇਲਸ ਉਹਦੇ ਨਾਲ ਤੁਹਾਡੀਆਂ ਮੈਚ ਕਰਨ, ਤੁਹਾਡੀ ਆਕਿਊਪੇਸ਼ਨ ਜਾਂ ਜੋ ਵੀ ਤੁਹਾਡੀ ਐਕਟੀਵਿਟੀ ਸੀਗੀ। ਐਂਡ ਨੈਕਸਟ ਆਪਣਾ ਆਉਂਦਾ ਪ੍ਰੋਹਿਬਿਸ਼ਨਸ ਦਾ ਕਾਲਮ। ਸੋ ਇੱਥੇ ਤੁਸੀਂ ਵੇਖ ਸਕਦੇ ਹੋ ਇੰਪ੍ਰਿਜ਼ਨਮੈਂਟ, ਪ੍ਰੋਬੇਸ਼ਨ ਜਾਂ ਪੈਰੋਲ ਜੋ ਵੀ ਤੁਹਾਡਾ ਇੱਥੇ ਤੁਹਾਡੇ 'ਤੇ ਲਾਗੂ ਹੁੰਦਾ ਤੁਸੀਂ ਯੈਸ ਨੋ ਕਰ ਸਕਦੇ ਹੋ ਬੇਸਡ ਔਨ ਦੈਟ। ਆਰ ਯੂ ਨਾਓ ਸਰਵਿੰਗ ਸੈਂਟੈਂਸ ਆਊਟਸਾਈਡ ਕੈਨੇਡਾ? ਜੇ ਤੁਸੀਂ ਕੈਨੇਡਾ ਤੋਂ ਬਾਹਰ ਕੋਈ ਸੈਂਟੈਂਸ ਕਰ ਰਹੇ ਹੋ ਸਰਵ ਉੱਥੇ ਤੁਸੀਂ ਯੈਸ ਨੋ ਕਰ ਸਕਦੇ ਹੋ। ਤੁਹਾਡਾ ਕੋਈ ਟਰਾਇਲ ਚੱਲਦਾ ਪਿਆ ਰਾਈਟ ਨਾਓ ਉੱਥੇ ਤੁਸੀਂ ਯੈਸ ਨੋ ਕਲਿੱਕ ਕਰ ਸਕਦੇ ਹੋ। ਦੈਨ ਆਰ ਯੂ ਨਾਓ ਔਰ ਹੈਵ ਯੂ ਐਵਰ ਬੀਨ ਅੰਡਰ ਅ ਰਿਮੂਵਲ ਆਰਡਰ? ਤੁਹਾਡੇ 'ਤੇ ਕੋਈ ਰਿਮੂਵਲ ਆਰਡਰ ਲੱਗਾ ਸੀਗਾ ਪਹਿਲਾਂ ਉੱਥੇ ਤੁਸੀਂ ਯੈਸ ਨੋ ਕਲਿੱਕ ਕਰ ਲਓ। ਆਰ ਯੂ ਨਾਓ ਅੰਡਰ ਇਨਵੈਸਟੀਗੇਸ਼ਨ? ਤੁਹਾਡੀ ਕੋਈ ਇਨਵੈਸਟੀਗੇਸ਼ਨ ਚੱਲਦੀ ਪਈ ਆ ਉੱਥੇ ਤੁਸੀਂ ਆਪਣੇ ਯੈਸ ਨੋ ਮੈਂਸ਼ਨ ਕਰਨਾ ਆ। ਪਿਛਲੇ 10 ਸਾਲਾਂ ਦੇ ਵਿੱਚ ਤੁਹਾਡੀ ਕਦੀ ਕੈਨੇਡੀਅਨ ਸਿਟੀਜ਼ਨਸ਼ਿਪ ਰਿਵੋਕ ਹੋਈ ਹੋਵੇ ਯੈਸ ਨੋ ਮੈਂਸ਼ਨ ਕਰਨਾ। ਪਿਛਲੇ 4 ਸਾਲਾਂ ਦੇ ਵਿੱਚ ਤੁਹਾਡੇ 'ਤੇ ਕੋਈ ਅਫੈਂਸ ਹੋਇਆ ਹੋਵੇ। ਵਾਈਲ ਅ ਪਰਮਨੈਂਟ ਰੈਜ਼ੀਡੈਂਟ ਤੁਹਾਡਾ ਕੋਈ ਕਨਵਿਕਟਡ ਇਨ ਕੈਨੇਡਾ ਆਫ ਟੈਰਰਿਜ਼ਮ, ਹਾਈ ਟ੍ਰੀਜ਼ਨ ਜੋ ਵੀ ਆ ਤੁਹਾਡੇ 'ਤੇ ਲਾਗੂ ਹੁੰਦਾ ਯੈਸ ਨੋ ਕਲਿੱਕ ਕਰ ਦਿਓ ਤੁਸੀਂ। ਦੈਨ ਅਗੇਨ ਅੱਗੇ ਆਰਮਡ ਫੋਰਸਿਸ ਵਾਲਾ ਕੁਐਸਚਨ ਆ। ਫਿਰ ਅੱਗੇ ਤੁਸੀਂ ਇੱਕ ਚੈੱਕ ਮਾਰਕ ਕਰਨਾ ਬਾਕਸ ਦੇ ਵਿੱਚ ਆਈ ਹੈਵ ਰੈਡ ਐਂਡ ਅੰਡਰਸਟੈਂਡ ਦ ਪ੍ਰੋਹਿਬਿਸ਼ਨਸ ਅੰਡਰ ਦ ਸਿਟੀਜ਼ਨਸ਼ਿਪ ਐਕਟ। ਐਂਡ ਦੈਨ ਆਪਣਾ ਲੈਂਗੁਏਜ ਪ੍ਰੂਫ ਦਾ ਆਪਸ਼ਨ ਆਉਂਦਾ ਇੱਥੇ। ਇਹਦੇ ਵਿੱਚ ਜਿੱਦਾਂ ਆਪਾਂ ਸਟੂਡੈਂਟ ਆਏ ਸੀਗੇ ਅਤੇ ਆਪਾਂ ਇੱਥੇ ਪੜ੍ਹਾਈ ਕੀਤੀ ਹੋਈ ਆ ਸੋ ਉੱਥੇ ਤੁਸੀਂ ਯੈਸ ਕਲਿੱਕ ਕਰਨਾ ਕਿ ਆਪਣੇ ਕੋਲ ਪੜ੍ਹਾਈ ਕੀਤੀ ਹੋਈ ਆ ਇੱਥੇ। ਦੈਨ ਬਾਅਦ 'ਚ ਤੁਹਾਨੂੰ ਪੁੱਛੂਗਾ ਉਹਦੇ ਬਾਰੇ। ਫਿਰ ਹਾਂ ਦੇਖਿਆ ਸਿਲੈਕਟ ਦ ਪ੍ਰੂਫ ਆਫ ਲੈਂਗੁਏਜ ਯੂ ਸਬਮਿਟ। ਸੋ ਇੱਥੇ ਤੁਸੀਂ ਆਪਣੀ ਸਿਲੈਕਸ਼ਨ ਕਰ ਸਕਦੇ ਹੋ। ਕੰਸੈਂਟ ਟੂ ਡਿਸਕਲੋਜ਼ ਪਰਸਨਲ ਇਨਫੋਰਮੇਸ਼ਨ ਆਫਟਰ ਯੂ ਐਕਵਾਇਰ ਸਿਟੀਜ਼ਨਸ਼ਿਪ। ਸੋ ਇੱਥੇ ਤੁਸੀਂ ਇਹਨੂੰ ਰੀਡ ਕਰਕੇ ਇੱਕ ਵਾਰੀ ਯੈਸ ਨੋ ਕਲਿੱਕ ਕਰ ਸਕਦੇ ਹੋ। ਨੈਸ਼ਨਲ ਰਜਿਸਟਰ ਆਫ ਇਲੈਕਟਰਸ। ਸੋ ਇੱਥੇ ਇਹ ਆ ਵੀ ਜਦੋਂ ਆਪਾਂ ਨੂੰ ਸਿਟੀਜ਼ਨਸ਼ਿਪ ਮਿਲ ਗਈ ਇਹਨਾਂ ਨੇ ਆਪਣੇ ਆਪ ਸਾਡੀਆਂ ਡਿਟੇਲਸ ਇਲੈਕਸ਼ਨ ਵਾਲਿਆਂ ਨੂੰ ਭੇਜ ਦੇਣੀਆਂ ਅਤੇ ਫਿਰ ਆਪਣਾ ਵੋਟਿੰਗ ਦਾ ਸਾਰਾ ਪ੍ਰੋਸੈਸ ਆਪਣੇ ਆਪ ਹੀ ਕਰ ਦਿੰਦੇ ਹੈਗੇ ਨੇ। ਦੈਨ ਅੱਗੇ ਸਾਰੇ ਇਲੈਕਟਰਸ ਦੇ ਕੁਐਸਚਨ ਨੇ ਤੁਸੀਂ ਇਹਨੂੰ ਰੀਡ ਕਰ ਸਕਦੇ ਹੋ। ਅਪਲੋਡ ਮੋਡ ਡਾਕੂਮੈਂਟਸ। ਸੋ ਤੁਸੀਂ ਉੱਤੇ ਦੇਖ ਸਕਦੇ ਹੋ ਪ੍ਰੋਵਾਈਡ ਡਿਟੇਲਸ। ਆਪਾਂ ਸਾਰੀਆਂ ਡਿਟੇਲਸ ਪ੍ਰੋਵਾਈਡ ਕਰਤੀਆਂ। ਹੁਣ ਆਉਂਦੀ ਹੈ ਡਾਕੂਮੈਂਟਸ ਦੀ ਵਾਰੀ। ਸੋ ਸਭ ਤੋਂ ਪਹਿਲਾਂ ਆਪਾਂ ਇੱਕ ਡਿਜੀਟਲ ਫੋਟੋ ਲਗਾਉਣੀ ਹੈ ਨਾਲ। ਯੂ ਮਸਟ ਅਪਲੋਡ ਅ ਡਿਜੀਟਲ ਫਾਈਲ ਆਫ ਦ ਸਿਟੀਜ਼ਨਸ਼ਿਪ ਫੋਟੋ। ਥੱਲੇ ਤੁਸੀਂ ਵੇਖ ਸਕਦੇ ਹੋ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਕੀ ਸਾਈਜ਼ ਹੋਣਾ ਚਾਹੀਦਾ ਆ ਫੋਟੋ ਦਾ। ਉੱਤੇ ਐਡ ਫਾਈਲ 'ਤੇ ਕਲਿੱਕ ਕਰਕੇ ਫੋਟੋ ਤੁਸੀਂ ਐਡ ਕਰਨੀ ਆ। ਐਂਡ ਆਪਾਂ ਇੱਥੇ ਫੋਟੋਗ੍ਰਾਫਰ ਦਾ ਨਾਮ ਜ਼ਰੂਰ ਲਿਖਣਾ ਆ। ਜਿੱਦਾਂ ਜੇ ਤੁਸੀਂ ਕਿਸੇ ਲੈਟਸ ਸੇ ਡਰੱਗ ਮਾਰਟ 'ਚ ਜਾਂਦੇ ਹੋ ਤੁਸੀਂ ਇੱਥੇ ਡਰੱਗ ਮਾਰਟ ਦਾ ਨਾਮ ਲਿਖ ਦਿਓ। ਕੀ ਐਡਰੈਸ ਦਾ ਡਰੱਗ ਮਾਰਟ ਦਾ ਕਿੱਥੋਂ ਕਰਵਾਈ ਹੈਗੀ ਤੁਸੀਂ ਫੋਟੋ ਉਹ ਮੈਂਸ਼ਨ ਕਰਨਾ ਇਹਦੇ 'ਤੇ। ਦੈਨ ਡੇਟ ਫੋਟੋ ਵਾਸ ਟੇਕਨ, ਕਿਹੜੀ ਤਰੀਕ ਨੂੰ ਫੋਟੋ ਖਿੱਚੀ ਗਈ ਸੀਗੀ। ਐਂਡ ਅੱਗੇ ਆਪਾਂ ਆਪਣੀਆਂ 2 IDs ਐਡ ਕਰਨੀਆਂ ਨੇ। ਦੈਨ ਅੱਗੇ ਆਪਸ਼ਨਲ ਫਾਈਲਸ ਨੇ
ਤੁਹਾਡਾ ਕੋਈ ਡੇਟ ਆਫ ਬਰਥ ਦੀ ਕਰੈਕਸ਼ਨ ਹੋਈ ਹੋਵੇ, ਤੁਹਾਡਾ ਤੁਸੀਂ ਜੈਂਡਰ ਚੇਂਜ ਕੀਤਾ ਆ, ਸਪੋਰਟਿੰਗ ਡਾਕੂਮੈਂਟ ਲਾਈਕ ਤੁਸੀਂ ਕੁਛ ਦੱਸਣਾ ਚਾਹੁੰਦੇ ਹੋ ਉਹਨਾਂ ਨੂੰ ਤੁਸੀਂ ਆਪ ਲਿਖ ਕੇ ਉਹਦੇ ਵਿੱਚ ਫਾਈਲ ਆਪਣੀ ਐਡ ਕਰ ਸਕਦੇ ਹੋ। ਐਂਡ ਦੈਨ ਵੀ ਗੋ ਨੈਕਸਟ। ਹੁਣ ਆਉਂਦੀ ਆਪਣੀ ਫੀਸ ਦੀ ਵਾਰੀ। ਸੋ ਆਪਾਂ ਹੁਣ ਸਾਰੀ ਇਨਫੋਰਮੇਸ਼ਨ ਭਰ ਦਿੱਤੀ ਹੈਗੀ। ਇੱਥੇ ਆਪਸ਼ਨ ਹੈਗਾ ਆ ਪੇ ਯੋਰ ਐਪਲੀਕੇਸ਼ਨ ਫੀ ਆਨਲਾਈਨ। ਜੇ ਤੁਸੀਂ ਆਨਲਾਈਨ ਫੀਸ ਪੇ ਕਰਨਾ ਚਾਹੁੰਦੇ ਹੋ, ਇਹਦੇ 'ਤੇ ਤੁਸੀਂ ਲਿੰਕ 'ਤੇ ਕਲਿੱਕ ਕਰੋ ਅਤੇ ਅੱਗੇ ਆਪਣੇ ਆਪ ਲਿੰਕ ਖੋਲ ਜਾਏਗਾ। ਮੈਂ ਤੁਹਾਨੂੰ ਉਹ ਵੀ ਦਿਖਾਉਂਦੀ ਹਾਂ। ਐਂਡ ਬਾਅਦ ਵਿੱਚ ਫਿਰ ਆਪਾਂ ਦੀ ਫੀਸ ਦੀ ਰਿਸਿਪਟ ਵੀ ਅਪਲੋਡ ਕਰਨੀ ਹੁੰਦੀ ਆ। ਸੋ ਯੂ ਕੈਨ ਸੀ ਜਦੋਂ ਤੁਸੀਂ ਉਸ ਲਿੰਕ 'ਤੇ ਕਲਿੱਕ ਕਰੋਗੇ ਆਹ ਵਾਲਾ ਪੇਜ ਖੁੱਲੂਗਾ। ਇੱਥੇ ਤੁਸੀਂ ਆਪਣੀ ਸਿਲੈਕਸ਼ਨ ਕਰਨੀ ਆ। ਸਿਲੈਕਟ ਯੋਰ ਐਪਲੀਕੇਸ਼ਨ ਟਾਈਪ ਕਿ ਤੁਹਾਡੀ ਕਿਸ ਟਾਈਪ ਦੀ ਐਪਲੀਕੇਸ਼ਨ ਆ। ਸੋ ਬੇਸਡ ਔਨ ਦੈਟ ਇਹ ਤੁਹਾਨੂੰ ਅੱਗੇ ਆਪਸ਼ਨਸ ਦੇਗਾ ਕਿ ਤੁਹਾਡੀ ਕਿੰਨੀ ਫੀਸ ਬਣਦੀ ਆ। ਤੁਸੀਂ ਸਿਲੈਕਟ ਕਰ ਲਓ। ਜਿੱਦਾਂ ਇੱਥੇ ਤੁਸੀਂ ਵੇਖ ਸਕਦੇ ਹੋ $630 ਬਣੇ ਸੀਗੇ ਅਤੇ ਜਿੱਦਾਂ ਹੀ ਤੁਸੀਂ ਇਹਨੂੰ ਪੇ ਕਰੋਗੇ ਅੱਗੇ ਤੁਹਾਨੂੰ ਰਿਸਿਪਟ ਮਿਲ ਜੂਗੀ ਅਤੇ ਉਹ ਰਿਸਿਪਟ ਤੁਸੀਂ ਉੱਥੇ ਅਪਲੋਡ ਕਰਨੀ ਆ। ਸੋ ਐਟ ਦ ਐਂਡ ਤੁਸੀਂ ਸਾਰਾ ਕੁਝ ਫਿਲ ਕਰ ਲਿਆ। ਅੱਗੇ ਤੁਸੀਂ ਵੇਖ ਸਕਦੇ ਹੋ ਰੈਡੀ ਲਿਖਿਆ ਆ, ਗ੍ਰੀਨ ਚੈੱਕ ਮਾਰਕ ਲੱਗਾ ਹੋਇਆ ਉੱਥੇ। ਸੋ ਜਿਹੜੀ ਇਨਫੋਰਮੇਸ਼ਨ ਤੁਸੀਂ ਫਿਲ ਕਰਤੀ ਆ ਐਂਡ ਇਟਸ ਰੈਡੀ, ਕੋਈ ਉਹਦੇ 'ਚ ਗਲਤੀ ਨਹੀਂ ਹੈਗੀ, ਕੋਈ ਉਹਦੇ 'ਚ ਫਿਲ ਕਰਨ ਵਾਲਾ ਨਹੀਂ ਪਿਆ ਹੈਗਾ। ਇੱਥੇ ਤੁਹਾਨੂੰ ਗ੍ਰੀਨ ਚੈੱਕ ਮਾਰਕ ਦਿਖ ਜੂਗਾ ਐਂਡ ਐਟ ਦੀ ਐਂਡ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਸਾਈਨ ਕਰੋਗੇ। ਇੱਥੇ ਤੁਸੀਂ ਜਦੋਂ ਕਨਫਰਮ ਐਂਡ ਸਬਮਿਟ ਕਰੋਗੇ ਐਪਲੀਕੇਸ਼ਨ, ਦੈਟ ਮੀਨਸ ਕਿ ਤੁਸੀਂ ਆਪਣੀ ਐਪਲੀਕੇਸ਼ਨ ਸਾਈਨ ਕਰਦੇ ਪਏ ਹੋ। ਸੋ ਐਟ ਦ ਐਂਡ ਇਹ ਤੁਹਾਨੂੰ ਕਹੂਗਾ ਯੂ ਸਕਸੈਸਫੁਲੀ ਸਬਮਿਟਡ ਯੂਰ ਐਪਲੀਕੇਸ਼ਨ। ਦੈਟ ਮੀਨਸ ਕਿ ਤੁਹਾਡੀ ਐਪਲੀਕੇਸ਼ਨ ਉਹਨਾਂ ਕੋਲ ਚੱਲ ਗਈ ਹੋਈ ਆ। ਸੋ ਇਹਦੇ ਤੋਂ ਬਾਅਦ ਕੀ ਹੁੰਦਾ ਆ, ਅਬਾਊਟ ਮਹੀਨੇ 2 ਮਹੀਨੇ ਬਾਅਦ ਤੁਹਾਨੂੰ AOR ਆ ਜਾਂਦੀ ਆ, ਦੈਟ ਇਜ਼ ਐਕਨੋਲੇਜਮੈਂਟ ਆਫ ਰਿਸਿਪਟ। ਦੈਟ ਮੀਨਸ ਕਿ ਤੁਹਾਡੀ ਐਪਲੀਕੇਸ਼ਨ ਉਹਨਾਂ ਕੋਲ ਚੱਲ ਗਈ ਹੋਈ ਆ ਅਤੇ ਉਸੇ ਈਮੇਲ ਦੇ ਵਿੱਚ ਇਹ ਤੁਹਾਨੂੰ ਦੱਸਦੇ ਆ ਕਿ ਤੁਸੀਂ ਆਪਣਾ ਸਟੇਟਸ ਕਿਵੇਂ ਟਰੈਕ ਕਰ ਸਕਦੇ ਹੋ ਕਿ ਤੁਹਾਡੀ ਐਪਲੀਕੇਸ਼ਨ 'ਤੇ ਕੀ ਪ੍ਰੋਸੈਸ ਹੋ ਰਿਹਾ ਆ। ਉਹਦੇ 'ਤੇ ਤੁਹਾਨੂੰ ਅਕਾਊਂਟ ਬਣਾਉਣਾ ਪੈਣਾ। ਅਕਾਊਂਟ ਬਣਾ ਕੇ ਸੋ ਜਿੱਦਾਂ ਆਪਣਾ PR ਵਿੱਚ ਹੁੰਦਾ ਨਾ ਕਿ ਜਿਹੜੀ ਚੀਜ਼ ਆਪਣੀ ਪ੍ਰੋਸੈਸ ਹੋਈ ਜਾਂਦੀ ਹੈ, ਕਲੀਅਰ ਹੋਈ ਜਾਂਦੀ, ਉਹ 'ਤੇ ਚੈੱਕ ਮਾਰਕ ਲੱਗਦਾ ਰਹਿੰਦਾ ਆ। ਸੇਮ ਚੀਜ਼ ਇਹਦੇ ਵਿੱਚ ਆ, ਜਿਹੜੀ ਚੀਜ਼ ਕਲੀਅਰ ਹੋਏਗੀ ਉਹ 'ਤੇ ਚੈੱਕ ਮਾਰਕ ਲੱਗੀ ਜਾਣਾ ਆ। ਸੋ ਆਪਾਂ ਨੂੰ ਫਾਈਲ ਲਾਈ ਨੂੰ ਹੋ ਗਿਆ 2-3 ਮਹੀਨੇ ਅਤੇ ਫਿਲਹਾਲ ਆਪਣੀ AOR ਆਈ ਆ। ਉਸ ਤੋਂ ਬਾਅਦ ਹਜੇ ਕੋਈ ਪ੍ਰੋਗਰੈਸ ਨਹੀਂ ਹੈਗੀ। ਸੋ ਅੱਗੇ ਕੀ ਪ੍ਰੋਗਰੈਸ ਹੋਣੀ ਆ, ਕੀ ਇਹਨਾਂ ਨੇ ਟੈਸਟ ਦਾ ਕਰਨਾ, ਜੋ ਵੀ ਉਹਦੇ ਲਈ ਚੈਨਲ ਸਬਸਕ੍ਰਾਈਬ ਕਰ ਲਓ ਸਾਡਾ, ਸੋ ਦੈਟ ਕਿ ਆਪਾਂ ਤੁਹਾਨੂੰ ਹੋਰ ਇਨਫੋਰਮੇਸ਼ਨ ਦਿੰਦੇ ਰਹੀਏ। ਸੋ ਜਿਹੜੇ ਹਜੇ ਸੋਚਦੇ ਪਿਆ ਕਿ ਆਪਾਂ ਹਜੇ ਠਹਿਰ ਕੇ ਫਾਈਲ ਲਾਉਣੀ ਆ ਜਾਂ ਹਜੇ ਵੇਖਦੇ ਪਏ ਆ, ਹਜੇ ਉਹਨਾਂ ਨੇ ਫਿਜ਼ੀਕਲ ਕੈਲਕੂਲੇਟ ਨਹੀਂ ਕਰਕੇ ਵੇਖੇ ਆਪਣੇ ਦਿਨ, ਸੋ ਉਹ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਐਂਡ ਇਹ ਵੀਡੀਓ ਜ਼ਰੂਰ ਲਾਈਕ ਕਰੋ ਐਂਡ ਸ਼ੇਅਰ ਕਰੋ ਉਹਨਾਂ ਨਾਲ ਜਿਹੜੇ ਤੁਹਾਨੂੰ ਲੱਗਦਾ ਕਿ ਐਲੀਜੀਬਲ ਨੇ ਸਿਟੀਜ਼ਨਸ਼ਿਪ ਵਾਸਤੇ ਐਂਡ ਤੁਸੀਂ ਉਹਨਾਂ ਦੀ ਹੈਲਪ ਕਰਨਾ ਚਾਹੁੰਦੇ ਹੋ। ਐਂਡ ਫॉर ਮੋਰ ਅਪਡੇਟਸ ਡੂ ਵਾਚ ਪੰਜਾਬੀ ਟਰੱਕਰ ਕਪਲ ਚੈਨਲ, ਤੇ ਆਪਾਂ ਅੱਗੇ ਤੁਹਾਨੂੰ ਹੋਰ ਅਪਡੇਟਸ ਦਿੰਦੇ ਰਵਾਂਗੇ ਕਿ ਹੁਣ ਸਾਡੀ ਫਾਈਲ 'ਤੇ ਕੀ ਪ੍ਰੋਗਰੈਸ ਹੋ ਰਿਹਾ ਆ, ਸਾਡਾ ਟੈਸਟ ਆ ਗਿਆ ਆ, ਸਾਡੀ ਜਿਹੜੀ ਉਹ ਓਥ ਲੈਂਦੇ ਹੁੰਦੇ ਆ ਉਹ ਆ ਗਈ ਆ। ਸੋ ਉਹ ਸਭ ਕੁਝ ਜਾਣਨ ਲਈ ਥੈਂਕ ਯੂ ਸੋ ਮਚ। ਬਾਏ ਬਾਏ।